ਧੰਨ ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਗੁਰੂ ਗਰੀਬ ਨਿਵਾਜ। ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿਨਾਂ ਦੀ ਪਾਵਨ ਪਵਿੱਤਰ ਹਾਦੂਤ ਦੇ ਅੰਦਰ ਸੱਜ ਬੈਠੇ ਸਤਿਕਾਰਯੋਗ ਸਤ ਸੰਗੀ ਜਨੋ, ਵਡਭਾਗੇ ਹਾਂ ਗੁਰੂ ਦੇ ਬਚਨਾਂ ਦੇ ਨਾਲ, ਸਤਿਗੁਰ ਦੀ ਮਹਾਨਤਾ ਦੇ ਨਾਲ ਸਾਂਝ ਪਾਉਣ ਦਾ ਸਾਨੂੰ ਸਮਾਂ ਉਸ ਅਕਾਲ ਪੁਰਖ ਪ੍ਰਮਾਤਮਾ ਜੀ ਨੇ ਬਖਸ਼ਿਸ਼ ਕੀਤਾ ਹੈ। ਨਿਰਭਰ ਬੰਦੇ ਤੇ ਕਰਦਾ ਹੈ ਵੀ ਸਮੇਂ ਨੂੰ ਬਤੀਤ ਕਿਵੇਂ ਕਰਨਾ ਹੈ, ਨਹੀਂ ਤਾਂ ਸਮਾਂ ਸਾਰਾ ਹੀ ਚੰਗਾ ਹੁੰਦਾ ਹੈ। ਤੇ ਜੇਕਰ ਉਸ ਨਿਰੰਕਾਰ ਦੀ ਯਾਦ ਦੇ ਵਿੱਚ ਸਮਾਂ ਲੰਘੇ ਤਾਂ ਲੇਖੇ ਦੇ ਵਿੱਚ ਕਹਿ ਲਓ ਜਾਂ ਸੁਹੇਲਾ ਸਮਾਂ, ਸਫਲ ਸਮਾਂ ਉਹੀ ਹੈ। ਤੋ ਆਓ ਜੋ ਕਿ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ, ਸੰਪੂਰਨਤਾ ਹੋਣੀ ਉਹਨਾਂ ਦੀ, ਤੇ ਉਹਨਾਂ ਦੇ ਪਹਿਲੇ ਪ੍ਰਕਾਸ਼ ਸੰਬੰਧੀ ਵਿਚਾਰਾਂ ਸਾਂਝੀਆਂ ਕਰਨੀਆਂ ਨੇ। ਗੁਰੂ ਮਿਹਰ ਕਰੇ ਇਤਿਹਾਸ ਦੀ ਵਿਚਾਰ ਆਪਾਂ ਰਲ ਮਿਲ ਅਗਲੇਰੇ ਸਮਿਆਂ ਦੇ ਵਿੱਚ ਸਮਝਣੀ ਹੈ। ਤੋ ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰਦਰਬਾਰ ਦੀ ਮਰਿਆਦਾ ਨਿਭਾ ਲਈਏ। ਜਿੰਨੀਆਂ ਵੀ ਸੰਗਤਾਂ ਜੁੜ ਮਿਲ ਬੈਠੀਆਂ ਨੇ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਇੱਕੇ ਵਾਰ ਕਹਿਣ ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹਨੂੰ ਅਸੀਂ ਮੱਥਾ ਟੇਕਦੇ ਹਾਂ, ਗੁਰੂ ਜਾਣ ਕੇ ਵੀ ਸਾਡੇ ਇਹ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਨੇ, ਧੰਨ ਕਲਗੀਆਂ ਵਾਲੇ ਪਿਤਾ ਨੇ ਇਹਨਾਂ ਨੂੰ ਗੁਰਤਾ ਗੱਦੀ ਬਖਸ਼ੀ ਹੈ। ਤੇ ਸਾਡੇ ਲਈ ਇਹ ਸਿਰਮੌਰ ਮਹਾਨ ਹਸਤੀ ਨੇ। ਇਤਿਹਾਸ ਦੇ ਵਿੱਚੋਂ ਹਾਲਾਂਕਿ ਆਪਾਂ ਬਹੁਤਾ ਜਾਣਦੇ ਵੀ ਹਾਂ ਕਿ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੰਦੇੜ ਮਹਾਰਾਸ਼ਟਰ ਦੇ ਵਿੱਚ, ਜਿੱਥੇ ਅੱਜ ਹਜ਼ੂਰ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ,
ਆਪ ਸੰਗਤਾਂ ਨੇ ਦਰਸ਼ਨ ਵੀ ਕੀਤੇ ਹੋਣਗੇ। ਉਸ ਅਸਥਾਨ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ, ਜਿਹੜੇ ਪਹਿਲਾਂ ਸਿਰਫ ਇੱਕ ਪੋਥੀ ਦੇ ਰੂਪ ਵਿੱਚ ਨੇ, ਉਹਨਾਂ ਨੂੰ ਗੁਰਤਾ ਗੱਦੀ ਬਖਸ਼ੀ ਹੈ। ਭਾਈ ਨੰਦ ਲਾਲ ਸਿੰਘ ਜੀ ਰਹਿਤਨਾਮੇ ਦੇ ਵਿੱਚ ਲਿਖਦੇ ਨੇ, ਕਹਿੰਦੇ ਦੂਸਰ ਰੂਪ ਗ੍ਰੰਥ ਜੀ ਜਾਣ, ਉनको अंग मेरा कर मान, मेरा रूप ग्रंथ जी जान, इनमें भेद नहीं कश मान। गुरु ग्रंथ साहब साडा ही अंग है, साडी ही अंदर दी जोत है, दसां दी जोत है, ते अज तो बाद इनू गुरु करके जानना है। ਜਾਂ ਅਸੀਂ ਹਰ ਰੋਜ਼ ਇਹ ਦੋਹਰਾ ਵੀ ਦੁਹਰਾਉਂਦੇ ਹਾਂ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਇਹ ਗ੍ਰੰਥ ਕਿਵੇਂ ਤਿਆਰ ਹੋਇਆ, ਕਿਵੇਂ ਸਾਡੇ ਤੱਕ ਪਹੁੰਚਿਆ ਏ, ਉਸ ਦੀ ਵਿਚਾਰ ਆਪਾਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਤੋਂ ਆਰੰਭਣੀ ਹੈ। ਸਾਨੂੰ ਇੱਕ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਨੇ। ਤੇ ਇਹ ਲਫ਼ਜ਼ ਸਿਰਫ ਕਹਿਣ ਤੱਕ ਨਹੀਂ ਹੈ ਵੀ ਅਸੀਂ ਲਾ ਲਈਏ ਜੁਗੋ ਜੁਗ ਅਟਲ। ਅੱਜ ਕੱਲ੍ਹ ਬਹੁਤੇ ਸਾਧ ਬਾਬਿਆਂ ਦੇ ਲਈ ਵੀ ਇਹ ਲਫ਼ਜ਼ ਵਰਤੇ ਜਾਂਦੇ ਨੇ, ਪਰ ਇਹ ਜਿਹੜਾ ਬੋਲ ਹੈ ਨਾ, ਇਹ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੇ ਪੂਰਨ ਢੁਕਦਾ ਹੈ। ਜੁਗੋ ਜੁਗ ਅਟਲ, ਜਿਹਨੂੰ ਅਸੀਂ ਪਾਵਨ ਬਾਣੀ ਦੇ ਵਿੱਚ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਪਹਿਲਾਂ ਵੀ ਸੀ, ਹੁਣ ਵੀ ਹੈ, ਜਿੰਨਾ ਮਰਜ਼ੀ ਟਾਈਮ, ਜਾਂ ਇਹ ਕਹਿ ਲਓ ਵੀ ਜਿੰਨਾ ਸਮਾਂ ਇਹ ਦੁਨੀਆ ਰਹਿਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਤੇ ਕੋਈ ਦੂਜਾ ਨਹੀਂ ਬੈਠ ਸਕਦਾ। ਇਹ ਜੁਗੋ ਜੁਗ ਅਟਲ ਤਾਂ ਹੈ, ਬਦਲਾਵ ਨਹੀਂ ਹੈ ਕੋਈ ਇਦੋਂ ਅੱਗੇ ਜਾ ਕੇ। ਇਹ ਨਹੀਂ ਹੈ ਵੀ ਇਹਨੂੰ ਛੱਡ ਕੇ ਕੋਈ ਹੋਰ ਬੈਠੇਗਾ ਗੱਦੀ ਤੇ ਆ ਕੇ ਤਾਂ ਇਹ ਜੁਗੋ ਜੁਗ ਅਟਲ ਹੈ। ਤੇ ਸਾਨੂੰ ਮਾਣ ਹੋਣਾ ਚਾਹੀਦਾ ਵੀ ਇਹ ਅਖੀਰ ਹੈ, ਜਾਂ ਕਹਿ ਲਓ ਵੀ ਇਹ ਤੋਂ ਬਾਅਦ ਦੂਜਾ ਕੋਈ ਨਹੀਂ ਹੈ। ਪਹਿਲਾਂ ਸਤਿਗੁਰੂ ਦੀ ਦੇਹ ਰੂਪ ਵਿੱਚ ਰਹੇ, 10 ਜਾਮੇ 10 ਸਰੀਰ ਆਏ, ਆਉਂਦੇ ਰਹੇ, ਪੀੜ੍ਹੀ ਬਦਲਦੀ ਰਹੀ, ਗੱਦੀ ਅੱਗੇ ਮਿਲਦੀ ਰਹੀ, ਪਰ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਹੋ ਗਏ। ਹੋਰ ਕੋਈ ਵੀ ਇਹ ਤੋਂ ਬਾਅਦ ਆਪਸ਼ਨ ਨਹੀਂ ਹੈ। ਤੇ ਇਸ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ 'ਤੇ ਮਾਣ ਕਰ ਲੈਣਾ ਚਾਹੀਦਾ ਹੈ ਵੀ ਸਾਡਾ ਗੁਰੂ ਜੁਗੋ ਜੁਗ ਅਟਲ ਹੈ। ਇਹ ਤੋਂ ਬਾਅਦ ਨਾ ਕਿਸੇ ਹੋਰ ਨੇ ਇਹ 'ਤੇ ਬੈਠਣਾ ਹੈ ਤੇ ਨਾ ਕਿਸੇ ਨੇ ਆਉਣਾ ਹੈ, ਤਾਂ ਜੁਗੋ ਜੁਗ ਅਟਲ। ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਗੱਲ ਕਰਦੇ ਹਾਂ, ਸ਼ੁਰੂ ਕਿੱਥੋਂ ਹੋਇਆ ਕੰਮ? ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਵੀ ਕੋਈ ਬੋਲ ਬੋਲਦੇ, ਸ਼ਬਦ ਉਚਾਰਨ ਕਰਦੇ, ਤਾਂ ਆਪਣੇ ਨੋਟ ਕਰ ਲੈਣਾ ਉਹਨਾਂ ਨੇ। ਆਪਾਂ ਇੱਥੇ ਲਫ਼ਜ਼ ਪੋਥੀ ਵਰਤਾਂਗੇ ਵੀ ਪੋਥੀ ਦੇ ਵਿੱਚ ਐਡ ਕਰ ਲੈਂਦੇ ਸਨ, ਨੋਟ ਕਰ ਲੈਂਦੇ ਸਨ। ਹਾਲਾਂਕਿ ਭਾਈ ਗੁਰਦਾਸ ਸਾਹਿਬ ਉਸ ਟਾਈਮ ਦੀ ਗੱਲ ਨੂੰ ਜਦੋਂ ਲਿਖ ਰਹੇ ਨੇ, ਕਿਉਂਕਿ ਆਕਾਰ ਛੋਟਾ ਹੈ, ਕੁਛ ਪੰਨਿਆਂ ਦੀ ਬਾਬੇ ਕੋਲ ਡਾਇਰੀ ਹੋ ਸਕਦੀ ਹੈ, ਤੇ ਭਾਈ ਗੁਰਦਾਸ ਸਾਹਿਬ ਕਿਤਾਬ ਵੀ ਕਹਿੰਦੇ ਨੇ, ਕਿਉਂਕਿ ਆਕਾਰ ਬਾਅਦ 'ਚ ਵੱਡਾ ਬਣਿਆ ਨਾ। ਤੇ ਭਾਈ ਗੁਰਦਾਸ ਸਾਹਿਬ ਲਿਖਦੇ ਨੇ ਉਹਨਾਂ ਹਾਲਾਤਾਂ ਨੂੰ,
ਆਪਾਂ ਇਤਿਹਾਸ ਦੇ ਬੋਲ ਸਮਝੀਏ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਬਾਬਾ ਫਿਰ ਮੱਕੇ ਗਿਆ। ਮੱਕੇ ਦਾ ਦ੍ਰਿਸ਼ਟਾਂਤ ਪੇਸ਼ ਕੀਤਾ ਵੀ ਇਹ ਪੋਥੀ ਸ਼ੁਰੂ ਕਿੱਥੋਂ ਹੋਈ। ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਣਵਾਰੀ, ਆਸਾ ਹੱਥ, ਆਸਾ ਦਾ ਮਤਲਬ ਹੁੰਦਾ ਡੰਡਾ, ਭਾਵ ਹਥਿਆਰ ਹੈ ਬਾਬੇ ਕੋਲ। ਆਸਾ ਹੱਥ ਕਿਤਾਬ ਕਸ਼, ਬਾਬੇ ਦੇ ਕੋਈ ਥੈਲਾ ਪਾਇਆ ਹੋਣਾ ਹੈ, ਬੱਲੂ ਵੀ ਇੱਕ ਪਾਸੇ, ਕਹਿੰਦੇ ਕਸ਼ ਦੇ ਵਿੱਚ ਕਿਤਾਬ ਹੈ ਇੱਕ। ਆਸਾ ਹੱਥ ਕਿਤਾਬ ਕਸ਼, ਕੂੰਜਾਂ ਬਾਗ ਮੁਸੱਲਾ ਧਾਰੀ, ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾ ਇਕੱਠੇ ਹੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵਡਾ ਕੇ ਮੁਸਲਮਾਨ ਹੋਈ। ਉਹ ਪੱਖ ਪੇਸ਼ ਕੀਤਾ ਭਾਈ ਗੁਰਦਾਸ ਸਾਹਿਬ ਨੇ ਬਾਬੇ ਦਾ। ਕਹਿੰਦੇ ਵੀ ਬਾਬੇ ਕੋਲ ਇੱਕ ਹਥਿਆਰ ਤੇ ਨਾਲ ਇੱਕ ਪੋਥੀ ਵੀ ਨਾਲ ਲਾਜ਼ਮੀ ਆ। ਜਦੋਂ ਬਰੀਕੀ 'ਚ ਸਮਝਾਂਗੇ ਨੇ ਇਸ ਗੱਲ ਨੂੰ, ਦੋ ਚੀਜ਼ਾਂ ਬੜੀਆਂ ਕਮਾਲ ਦੀਆਂ ਇਹਦੇ 'ਚ ਮਿਲੀਆਂ ਨੇ। ਜਦੋਂ ਪੋਥੀ ਦੀ ਗੱਲ ਅਸੀਂ ਸਮਝਾਂਗੇ, ਉਹਦੇ 'ਚ ਕੀ ਨੇ ਸ਼ਬਦ, ਵਿਚਾਰ, ਸਿੱਖਿਆ ਗੁਰੂ ਦੀ, ਭਾਵ ਬਾਣੀ। ਤੇ ਇੱਕ ਬਾਬੇ ਦੇ ਹੱਥ ਦੇ ਵਿੱਚ ਭਾਈ ਗੁਰਦਾਸ ਸਾਹਿਬ ਨੇ ਆਸਾ ਵੀ ਕਹੀ ਹੈ। ਆਸਾ ਮਤਲਬ ਛੋਟਾ ਹੈ, ਕੋਈ ਹਥਿਆਰ ਕਹਿ ਲਓ। ਪੁਰਾਣੇ ਬਜ਼ੁਰਗਾਂ ਨੂੰ ਆਦਤ ਹੁੰਦੀ ਸੀ ਹੱਥ ਦੇ ਵਿੱਚ ਜਦੋਂ ਵੀ ਜਾਣਾ, ਹੱਥ 'ਚ ਕੋਈ ਨਾ ਕੋਈ ਸੋਟੀ, ਡੰਡਾ, ਹਥਿਆਰ ਕੋਈ ਘਰੇ ਹੁੰਦੇ ਸਨ, ਆਮ ਲੈ ਕੇ ਜਾਂਦੇ ਸਨ। ਤੇ ਲੱਗਦਾ ਨਹੀਂ ਵੀ ਬਾਬੇ ਨਾਨਕ ਦਾ ਪਹਿਲੇ ਦਿਨ ਤੋਂ ਸ਼ਬਦ ਤੇ ਹਥਿਆਰ ਦੇ ਨਾਲ ਕਿੱਡਾ ਮੇਲ ਹੈ। ਭਾਈ ਗੁਰਦਾਸ ਸਾਹਿਬ ਨੇ ਲਿਖਿਆ ਵੀ ਜਦੋਂ ਬਾਬਾ ਮੱਕੇ ਵੀ ਗਿਆ ਹੈ ਨਾ, ਉਦੋਂ ਵੀ ਆਹ ਦੋ ਚੀਜ਼ਾਂ ਨਾਲ ਨੇ, ਦੋ ਚੀਜ਼ਾਂ, ਸ਼ਬਦ ਤੇ ਹਥਿਆਰ। ਹਥਿਆਰ ਤੇ ਸ਼ਬਦ ਦੋਵੇਂ ਚੀਜ਼ਾਂ। ਕੱਲਾ ਹਥਿਆਰ ਵੀ ਕਿਸੇ ਕੰਮ ਦਾ ਨਹੀਂ ਹੈ ਜੇ ਕੋਲੇ ਸਿੱਖਿਆ ਨਾ ਹੋਵੇ। ਤੇ ਬਹੁਤੀ ਥਾਵੇਂ ਕੱਲਾ ਗਿਆਨ ਵੀ ਕੰਮ ਨਹੀਂ ਕਰਦਾ ਹੁੰਦਾ, ਇਹ ਗੱਲ ਨੂੰ ਸਮਝਿਓ। ਕਈ ਥਾਵਾਂ ਸਿਚੁਏਸ਼ਨ, ਜਿਹੜੀ ਜ਼ਿੰਦਗੀ ਦੇ ਹਾਲਾਤ ਨੇ ਇਹੋ ਜਿਹੇ ਵੀ ਬਣ ਜਾਂਦੇ ਨੇ ਜਦੋਂ ਅਗਲਾ ਕਹਿੰਦਾ ਵੀ ਡੰਡੇ ਨੂੰ ਵੀ ਹੱਥ ਪਾਉਣਾ ਪੈਂਦਾ। ਜਿਹੜਾ ਵਿਚਾਰਾਂ ਦੇ ਨਾਲ ਨਾ ਸਮਝੇ ਉਹ ਫਿਰ ਹਥਿਆਰਾਂ ਦੇ ਨਾਲ ਸਮਝਾਉਣਾ ਪੈਂਦਾ। ਤੇ ਦੋਵੇਂ ਚੀਜ਼ਾਂ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਨਾਲ ਹਮੇਸ਼ਾ ਚੱਲਦੀਆਂ ਆਈਆਂ ਨੇ। ਇਹ ਆਪਾਂ ਵਿਸ਼ੇ ਤੋਂ ਅਲੱਗ ਹੋ ਕੇ ਮੈਂ ਬੇਨਤੀ ਕਰ ਰਿਹਾ, ਹਾਲਾਂਕਿ ਆਪਣੀ ਵਿਚਾਰ ਨਹੀਂ ਸੀ, ਪਰ ਨਾਲ ਨਾਲ ਸਮਝਿਓ ਲਾਜ਼ਮੀ ਇਹ ਚੀਜ਼ਾਂ। ਨਾਲ ਸ਼ਬਦ, ਵਿਚਾਰ, ਬਾਣੀ ਤੇ ਨਾਲ ਹਥਿਆਰ, ਇਹ ਦੋਵੇਂ ਚੀਜ਼ਾਂ ਭਾਈ ਗੁਰਦਾਸ ਸਾਹਿਬ ਲਿਖਦੇ ਨੇ ਨਾਲ ਬਾਬੇ ਦੇ। ਕੱਲੀ ਵਿਚਾਰ ਵੀ ਨਹੀਂ, ਹਥਿਆਰ ਵੀ ਰਾਖੀ ਦੇ ਲਈ, ਤੇ ਕੱਲਾ ਹਥਿਆਰ ਵੀ ਨਹੀਂ। ਅੱਜ ਬਹੁਤੀ ਵਾਰ ਸਾਡੇ ਸਮਾਜ ਦੇ ਵਿੱਚ ਗੱਲਾਂ ਚੱਲਦੀਆਂ ਨੇ। ਪਿੱਛੇ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮ ਆਇਆ ਸੀ ਵੀ ਸਿੱਖਾਂ ਨੂੰ ਹਥਿਆਰ ਰੱਖਣੇ ਜ਼ਰੂਰੀ ਨੇ। ਸਿੱਖ ਹਥਿਆਰ ਰੱਖਣ, ਅਸਲਾ ਰੱਖਣ, ਕੋਲ ਮਾੜਾ ਨਹੀਂ ਹੈ, ਰੱਖਣ, ਜ਼ਰੂਰ ਰੱਖਣ। ਪਰ ਇਹਨਾਂ ਨੂੰ ਦੱਸੇ ਕੌਣ ਵੀ ਵਰਤਣਾ ਕਿੱਥੇ ਹੈ। ਟ੍ਰੇਨਿੰਗ ਹੋਵੇ ਇਹਨਾਂ ਦੀ, ਇਹਨਾਂ ਨੂੰ ਪਤਾ ਹੋਵੇ ਵਰਤਣਾ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਰੱਖਦੇ ਸਾਨੂੰ ਮਾਰਦੇ ਨਹੀਂ ਸੀ ਇੱਕ ਦੂਜੇ ਨੂੰ, ਵਰਤੋਂ ਲਈ, ਹਥਿਆਰ ਰੱਖਿਆ ਲਈ ਰੱਖਦੇ ਨੇ। ਅੱਜ ਦਾ ਕੀ ਹੈ, ਅੱਜ ਤਾਂ ਬਹੁਤੀ ਆਪਾਂ ਹੁਣ ਕੀ ਕਹਿ ਸਕਦੇ ਆ ਵੀ ਬਹੁਤੀ ਚੜ੍ਹਤ ਦੇਖ ਲਓ। ਫੁਕਰੀ ਦੇ ਵਿੱਚ ਬੰਦਾ ਇੱਦਾਂ ਹੀ ਪਾ ਕੇ ਵਿਆਹ ਸ਼ਾਦੀਆਂ 'ਚ, ਪੈਲਸਾਂ 'ਤੇ ਉੱਦਾਂ ਹੀ ਚਲਾਈ ਤੁਰਿਆ ਜਾਂਦਾ। ਪਤਾ ਨਹੀਂ ਇਹਨੂੰ ਚਲਾਉਣ ਦਾ, ਕਿੱਥੇ ਚਲਾਉਣਾ, ਕਿੱਥੇ ਵਰਤਣਾ। ਮਾੜਾ ਨਹੀਂ ਹੈ, ਪਰ ਵਰਤੋਂ ਕਰਨੀ ਮਾੜੀ ਹੈ, ਵਰਤੋਂ ਮਾੜੀ ਹੈ। ਹੋਣ ਹਥਿਆਰ, ਮਾੜਾ ਨਹੀਂ ਹਥਿਆਰ, ਪਰ ਇਹਨਾਂ ਨੂੰ ਦੱਸੇ ਕੌਣ ਵੀ ਵਰਤਣਾ ਕਿਵੇਂ। ਇਹਨਾਂ ਨੂੰ ਇਤਿਹਾਸ ਪੜ੍ਹਾਓ, ਇਹਨਾਂ ਨੂੰ ਦੱਸੋ ਆ ਕੇ ਵੀ ਸਾਡੇ ਕੋਲ ਸਿੱਖ ਹਥਿਆਰ ਆਹ ਕੰਮ ਲਈ ਰੱਖਦਾ ਹੁੰਦਾ ਸੀ, ਕਿਸੇ ਨੂੰ ਮਾਰਨ ਦੇ ਲਈ, ਸਗੋਂ ਕਿਸੇ ਦੀ ਰੱਖਿਆ ਕਰਨ ਦੇ ਲਈ ਰੱਖਦਾ ਸੀ। ਦੱਸੇ ਕੌਣ। ਹੁਣ ਵਿਆਹ ਸ਼ਾਦੀਆਂ 'ਚ ਕਰਦੇ ਨੇ, ਫਿਰ ਤੁਹਾਨੂੰ ਪਤਾ ਕਿੰਨੇ ਵਾਰ ਇੱਦਾਂ ਵਾਕੇ ਹੋ ਚੁੱਕੇ ਨੇ, ਕਾਂਡ ਹੋ ਚੁੱਕੇ ਨੇ ਵੀ ਨੱਚਦੇ ਨੱਚਦੇ ਗੋਲੀ ਚਲਾ ਦਿੱਤੇ, ਬੰਦਾ ਭੜਕਾ ਮਾਰਿਆ, ਬੜਾ ਕੁਛ ਚੱਲਦਾ।
नशे तो धुत हो के फिर फायरिंगा करते हैं, गलत है ना। तो वरतो फिर रख्या दे लिए रखा जा सकता है। तो आप गल समझ रहे सां भी धन गुरु नानक साहब पातशाह कोले किताब भी नाल है, पोथी साहब नाल है, जिहड़ा कोई शब्द उचारण करते ने लिख लेंदे ने, नोट कर लेंदे ने अपने कोल। ते दूसरा पक्ष जदों बाबा गया बनारस भी गए ने, होर बहुत थावां ते तुहानूं पता भी गुरु नानक साहब पातशाह जी 8 साल तकरीबन पहली प्रचार फेरी ते ला के आए ने। ते गुरु नानक साहब पातशाह जी नूं बड़ियां ने सवाल भी कीते ते बड़ियां नूं उत्तर भी दिता बाबे ने। ते दुनिया दे विच आम मनुख नूं जदों असीं समझांगे, जिवें असीं परिवारां विच जिउंदे आ, सानूं दुनिया दा वेखण दा नज़रिया होर होवेगा, पर किसी धर्मी पुरुष नूं जदों वेखना होवे उहदा नज़रिया कुछ होर हुंदा है। असीं गृहस्थी परिवारां वाले आ ते सानूं इह तरीके नाल वेखिया जांदा भी इहने अपने बच्चिआं नूं दित्ता की, इन्हें बच्चों नूं दिता कि बच्चे पैदा कर ले, पढ़ाया लिखाया, उन्होंने जमीन जायदाद जोड़ी घर बना के दिता, ठीक है। पर जदों कोई धर्मी पुरुष होवे, किसी भी धर्म का रहबर फकीर होवे, पीर होवे, उन्होंने ये दृष्टि दे नाल वेख्या जाता है कि इन्हें मनुखता दे लई कीता की है, उन्होंने किसी परिवार तक नहीं सीमित रखा जाता। धर्मी पुरुष नूं इह तरीके नाल वेख्या जाता है भी इहने समाज दे लई की कीता है, समाज दे लई, दुनिया दे लई की कीता है। ते गुरु नानक साहब पातशाह जी तो पहला जिन्हां दी अज गुरु ग्रंथ साहब च बाणी दर्ज है, बड़े आए ने, बाबा फरीद साहब वर्गे, भगत जयदेव जी वर्गे पहला ने, पर वो जिहड़ियां उन्हां दीयां विचारां ने वो किसी हद तक रहियां। क्यों रहियां? क्योंकि वो किसी जात पात दे भेदभाव के प्रभाव थले आ गए भी ये जिहड़ी इन्हां दी विचार है अगे नहीं वधनी चाहिए, ना जावे। भगत रविदास साहब वर्गियां दी विचार अगलियां ने वधन नहीं दिते, क्योंकि जातां पातां दा जोर बड़ा सी, नहीं वधन दिते। वो अपने कबीले तक, अपने थां तक सीमित रह गए। हालांकि लिखिया बहुत कुछ सी, बड़े सन सवाल उहदे च, सीमित रह गई गल्लां, उत्थों तक बाहर नहीं फैलियां। पर बाबा नानक है एक गुरु नानक साहब, जिन्हां नूं किसी ने तुरन नहीं दिता, जिन्हां दी विचार उठन नहीं दिते, बाबे ने जोर पा के बड़ी मेहनतां दे नाल वो विचारां कढ के लियांदियां दुनिया दे सामने। भी ये बोल ने ना जिहड़े ये विचारां ने जिहड़ियां मनुखता दे भले वास्ते ने, ये विचारां ते बाबा नानक दूर दूर जाके भगतां दी बाणी इकट्ठी करके लेके आया। भगतां दी बाणी गुरु नानक साहब पातशाह जी ने 15 भगतां दी बाणी इकट्ठी कीती है। एक अपनी पोथी है जिहदे च शब्द लिखते ने, ते उहदे च जिथे जिथे गए भगतां दे अस्थानां ते गए, जिथों दे रहण वाले सन, उन्हां दी सारी बाणी इकत्र करके लिखते। पहला समय दे विच हुंदा सी उतारे करने, भाव सामने रख के लिख लेना, उतारा करना, लियांदे सारे लिख के लियांदे। ते 8 साल आप तकरीबन समझ से 8 सवा 8 भी लिखा जाता है। गुरु नानक साहब पहली प्रचार फेरी करके आए ने। ते दुनिया के हिसाब के नाल जदों असीं वेखदे ना, पहलां तां नहीं सी साधन कोई भी, अज तां सी बच्चा भावें बाहर जाता है, विदेश जाता है, किते दूर गया है, 2-3 दिन लगणगे, भावें साल भी लगणगे, गलबात हो जाती है। साधन बहुत ने संचार दे, बड़ा कुछ हो जाता है, गल्लां भी सुनियां जांदियां ने, फेस भी वेख लिया जाता है, सारा कुछ वेख लिया जाता है भी किहो जे हालातां च जिउंदा है। पर वो समा नहीं सी इहो जिहा। एक बार गया, पर मैं तो कई बार ऐ भी सोचता हूँ ना भी
ਜਦੋਂ ਕਿਤੇ ਥਾਂ ਤੇ ਬੰਦਾ ਪਹੁੰਚ ਜਾ, ਆਪਾਂ ਨੂੰ ਪਤਾ ਵੀ ਉੱਥੇ ਗਿਆ, ਚਿੱਠੀ ਵੀ ਪਾ ਦਿੰਦੇ ਆ। ਪਰ ਬਾਬੇ ਦਾ ਕਿਹੜਾ ਟਿਕਾਣਾ ਹੋਵੇ ਵੀ ਘਰ ਦੇ ਚਿੱਠੀ ਪਾ ਦਿੰਦੇ ਹੁਣ ਵੀ ਬਾਬਾ ਫਲਾਣੀ ਥਾਂ ਵੀ ਚਿੱਠੀ ਪਾ ਦੇ, ਹੁਣ ਚਿੱਠੀ ਵੀ ਨਹੀਂ ਪਹੁੰਚਦੀ ਹੋਣੀ ਬਾਬੇ ਦਾ, ਕਹਿੰਦਾ ਵੀ ਉਹਦਾ ਕਿਹੜਾ ਟਿਕਾਣਾ ਸੀ ਕੋਈ, ਕਿਉਂਕਿ ਇੱਕ ਏਮ ਲੈ ਕੇ ਤੁਰਿਆ ਸੀ ਨਾ ਬਾਬਾ ਤਾਂ। ਤੇ ਸਾਰੀ ਜਦੋਂ ਪਹਿਲੀ ਪ੍ਰਚਾਰ ਫੇਰੀ ਪੂਰੀ ਹੋਈ ਹੈ ਤੇ ਬਾਬਾ ਵਾਪਸ ਪਹੁੰਚਿਆ ਹੈ। ਤੇ ਤੁਸੀਂ ਆਪ ਵੇਖੋ ਵੀ ਜਦੋਂ ਸਾਡਾ ਕੋਈ ਬਾਪ ਦਾਦਾ ਘਰੋਂ ਬਾਹਰ ਜਾਵੇ ਜਾਂ ਅਸੀਂ ਬਾਜ਼ਾਰ ਜਾਣਾ ਹੋਵੇ, ਕਿਤੇ ਵਿਦੇਸ਼ ਜਾਂਦੇ ਹਾਂ, ਸਾਨੂੰ ਬਾਜ਼ਾਰ ਜਾਣ ਤੋਂ ਪਹਿਲਾਂ ਇੱਕ ਪੱਤਰ ਮਿਲ ਜਾਂਦਾ ਹੈ, ਪਰਚੀ ਮਿਲ ਜਾਂਦੀ ਵੀ ਆਹ ਸਮਾਨ ਘਰੇ ਵਾਪਸ ਲੈ ਕੇ ਆਉਣਾ, ਤੂੰ ਜਾਂਦਾ ਤਾਂ ਹੈ, ਆਹ ਸਮਾਨ ਲੈ ਆਈ। ਕੋਈ ਵਿਦੇਸ਼ ਗਿਆ ਏ, ਸਾਰਿਆਂ ਦੇ ਸਵਾਲ ਹੁੰਦੇ ਨੇ ਵੀ ਮੈਨੂੰ ਆਹ ਲਿਆ ਕੇ ਦੇਈ। ਬੱਚਾ ਕੁਛ ਕਹਿੰਦਾ ਹੈ, ਧੀ ਕੁਛ ਕਹਿੰਦੀ ਹੈ, ਪਤਨੀ ਕੁਛ ਕਹਿੰਦੀ ਹੈ, ਮਾਂ ਬਾਪ ਕੁਛ ਕਹਿੰਦੇ ਨੇ, ਰਿਸ਼ਤੇਦਾਰ ਕੁਛ ਕਹਿੰਦੇ ਨੇ, ਮੈਨੂੰ ਆਹ ਚੀਜ਼ ਚਾਹੀਦੀ ਹੈ, ਆਹ ਚਾਹੀਦਾ, ਆਹ ਲਿਆ ਕੇ ਦੇਈ। ਬੰਦਾ ਫਿਰ ਖਰੀਦਦਾ ਹੈ ਵੀ ਸਾਡੇ ਚਾਹੀਦਾ ਆ, ਘਰੇ ਚਾਹੀਦਾ ਹੈ, ਮੈਥੋਂ ਆਸ ਰੱਖਣ ਵਾਲਿਆਂ ਨੂੰ ਚਾਹੀਦਾ। ਪਰ ਜਿੱਦਣ ਬਾਬਾ ਮੁੜਿਆ ਹੋਵੇਗਾ, ਅਹਿਸਾਸ ਕਰਿਓ ਵੀ ਇੰਨਾ ਟਾਈਮ ਲਾ ਕੇ ਆਏ ਹੋ ਬਾਹਰ, ਸ਼੍ਰੀ ਚੰਦ ਵਰਗੇ, ਮਾਤਾ ਸੁਲੱਖਣੀ ਜੀ, ਮਾਤਾ ਤ੍ਰਿਪਤਾ ਜੀ, ਪਿਤਾ ਕਾਲੂ ਜੀ, ਸਹੁਰਾ ਸਾਹਿਬ, ਸੱਸ ਹੈ, ਕੀ ਸੋਚਦੇ ਹੋਣਗੇ ਸਾਡੇ ਲਈ ਕੀ ਲੈ ਕੇ ਆਇਆ ਨਾਨਕ? ਕੁਛ ਤਾਂ ਲਿਆਇਆ ਹੋਣਾ ਏ, ਦੁਨੀਆ ਦੇ ਪ੍ਰਚਾਰ ਫੇਰੀ ਕਰਕੇ ਆਇਆ ਏ, ਬੜੇ ਬੜੇ ਥਾਵਾਂ ਦੇਖ ਕੇ ਆਇਆ, ਲਿਆਇਆ ਹੀ ਹੋਣਾ ਏ ਕੁਛ, ਸਵਾਲ ਹੋਏ ਹੋਣਗੇ। ਪਰ ਬਾਬੇ ਨੇ ਕੀ ਜਵਾਬ ਦਿੱਤਾ ਹੋਣਾ ਵੀ ਮੈਂ ਕੁਛ ਨਹੀਂ ਲੈ ਕੇ ਆਇਆ। ਬੱਚਿਆਂ ਦੇ ਲਈ, ਆਪਣੇ ਪਰਿਵਾਰ ਦੇ ਲਈ ਕੁਛ ਨਹੀਂ ਲੈ ਕੇ ਆਇਆ। ਕਹਿੰਦੇ ਫਿਰ ਲੈ ਕੇ ਕੀ ਆਏ? ਕਹਿੰਦੇ ਮੈਂ ਸਿੱਖ ਦੇ ਲਈ ਕੁਛ ਲੈ ਕੇ ਆਇਆ, ਸਿੱਖ ਦੇ ਲਈ। ਇੰਨਾ ਪਿਆਰ ਹੈ ਗੁਰੂ ਨੂੰ ਸਿੱਖ ਦੇ ਨਾਲ। ਪਰਿਵਾਰ ਤੋਂ ਪਹਿਲਾਂ, ਆਪਣੇ ਪੁੱਤਰ ਧੀਆਂ ਤੋਂ ਪਹਿਲਾਂ ਸਿੱਖ ਪਿਆਰਾ ਹੈ। ਤੇ ਸਾਡੇ ਵਾਸਤੇ ਬਾਬਾ ਪਤਾ ਨਹੀਂ ਕਿਹੜੇ ਕਿਹੜੇ ਥਾਵਾਂ ਤੋਂ ਜਾ ਕੇ ਉਹ ਬਾਣੀ ਇਕੱਤਰ ਕਰਕੇ ਲੈ ਕੇ ਆਇਆ ਜਿਹੜੀ ਚਾਹੀਦੀ ਸੀ। ਤੇ ਉਹ ਬਾਣੀ ਜਿਹਨੂੰ ਅਗਲਿਆਂ ਨੇ ਦਬਾ ਕੇ ਰੱਖਿਆ ਸੀ ਵੀ ਨਿਕਲਣੀ ਨਹੀਂ ਚਾਹੀਦੀ, ਜਿਹੜੀ ਬਾਣੀ ਕਰਕੇ ਭਗਤ ਰਵਿਦਾਸ ਸਾਹਿਬ ਵਰਗਿਆਂ ਨੂੰ, ਬਾਬਾ ਕਬੀਰ ਸਾਹਿਬ ਵਰਗਿਆਂ ਨੂੰ ਮਾਰਨ ਦੇ ਅਗਲਿਆਂ ਨੇ ਯਤਨ ਕੀਤੇ, ਬਾਬਾ ਉਹ ਕੱਢ ਕੇ ਲਿਆਇਆ, ਵਿਚਾਰਾ ਲੈ ਕੇ ਆਇਆ, ਲਿਖ ਕੇ ਲੈ ਕੇ ਆਇਆ ਵੀ ਇਹ ਚਾਹੀਦੀਆਂ ਨੇ, ਇਹ ਅੱਜ ਦੇ ਸਮੇਂ ਦੇ ਲਈ ਜ਼ਰੂਰੀ ਨੇ, ਇਹ ਮਨੁੱਖਤਾ ਦੇ ਭਲੇ ਦੇ ਲਈ ਲਾਜ਼ਮੀ ਨੇ। ਤੇ ਸਤਿਗੁਰੂ ਦੇ ਬੋਲ ਹੋਣਗੇ ਵੀ ਸਿੱਖ ਦੇ ਲਈ ਮੈਂ ਲੈ ਕੇ ਆਇਆ ਜ਼ਰੂਰ। ਤੇ ਉਹ ਵੀ ਬੜਾ ਕੀਮਤੀ ਖਜ਼ਾਨਾ ਲੈ ਕੇ ਆਇਆ, ਕੋਈ ਵਸਤੂ ਨਹੀਂ ਹੈ, ਕੋਈ ਥੋੜ੍ਹੇ ਟਾਈਮ ਦੇ ਸੁੱਖ ਲਈ ਚੀਜ਼ ਨਹੀਂ ਹੈ। ਮੈਂ ਚੀਜ਼ ਹੀ ਉਹ ਲੈ ਕੇ ਆਇਆ ਜਿਹੜੀ ਇਹਦੀ ਜ਼ਿੰਦਗੀ ਸਵਾਰ ਦੇਵੇ, ਰਹਿੰਦੀ ਦੁਨੀਆ ਤੱਕ ਇਹ ਚੀਜ਼ ਨਾਲ ਰਵੇ, ਮਰਨ ਤੋਂ ਬਾਅਦ ਵੀ ਇਹ ਨਾਲ ਰਵੇ। ਮੈਂ ਚੀਜ਼ ਸਿੱਖ ਦੇ ਲਈ ਲੈ ਕੇ ਆਇਆ। ਉਰਕਾ ਬਚਨ ਬਸੈ ਜੀ ਨਾਲੇ, ਜਿਹੜਾ ਇਹਦੇ ਨਾਲ ਰਵੇ ਹਮੇਸ਼ਾ। ਮੈਂ ਬਚਨ ਹੀ ਇਹ ਜੇ ਲੈ ਕੇ ਆਇਆ। ਤੇ ਇੱਕ ਬੜੀ ਮਾਣ ਵਾਲੀ ਗੱਲ ਸਾਡੇ ਗੁਰੂ ਤੇ ਮੈਨੂੰ ਹਮੇਸ਼ਾ ਲੱਗਦੀ ਹੈ, ਭਾਵੇਂ 10 ਗੁਰੂ ਹੋਣ, ਸਤਿਗੁਰੂ ਨੇ ਕਦੇ ਕਿਸੇ ਨਾਲ ਬੇਈਮਾਨੀ ਨਹੀਂ ਕੀਤੀ, ਕਦੇ ਵੀ ਬੇਈਮਾਨੀ ਨਹੀਂ। ਹਾਲਾਂਕਿ ਆਪਣੇ ਬਰਾਬਰ ਦੇ ਉੱਤੇ ਦੂਜੀ ਧਿਰ ਖੜੀ ਕਿਸੇ ਨੂੰ ਬਰਦਾਸ਼ਤ ਨਹੀਂ ਹੁੰਦੀ, ਕਿਸੇ ਨੂੰ ਵੀ। ਪਰ ਕਿੱਡੀ ਦਿਆਲਤਾ ਸਤਿਗੁਰ ਦੇ ਵਿੱਚ ਹੈ, ਧੰਨ ਗੁਰੂ ਨਾਨਕ ਸਾਹਿਬ ਦੇ ਵਿੱਚ। ਕਿੱਡੇ ਦਿਆਲੂ ਨੇ, ਕਿੱਡੇ ਇਮਾਨਦਾਰ ਨੇ ਵੀ ਆਪਣੇ ਬਰਾਬਰ ਉਹਨਾਂ ਦੀ ਬਾਣੀ ਨਾਲ ਦਰਜ ਕੀਤੀ ਹੈ ਵੀ ਉਹਨਾਂ ਦੀ ਨਾਲ ਰਹਿਣੀ ਚਾਹੀਦੀ ਹੈ। ਵੱਡੀ ਗੱਲ ਹੈ, ਇਹ ਵੱਡਾ ਗੁਣ ਹੈ ਸਤਿਗੁਰ ਦੇ ਵਿੱਚ, ਇਮਾਨਦਾਰੀ। ਇਹਦੇ ਪੈਰਾਂ ਵਿੱਚ ਨਹੀਂ ਪਾਉਂਦੇ। ਜਿਵੇਂ ਦੀਆਂ ਵਿਚਾਰਾਂ ਚੱਲ ਪਈਆਂ, ਬੜੇ ਦੁਨੀਆ ਦੇ ਉੱਤੇ ਪੀਰ ਪੈਗੰਬਰ ਆਏ, ਚੇਲੇ ਤੋਂ ਵੱਧ ਅਗਲਿਆਂ ਨੇ ਕੁਝ ਨਹੀਂ ਸਮਝਿਆ, ਕਦੇ ਗੱਲ ਨਾਲ ਨਹੀਂ ਲਾਇਆ, ਪੈਰਾਂ 'ਚ ਬੈਠੋ। ਪਰ ਇੱਕ ਗੁਰੂ ਨਾਨਕ ਦਾ ਘਰ ਹੈ ਜੋ ਸਿੱਖ ਨੂੰ ਆਪਣੇ ਧੀਆਂ ਪੁੱਤਰ ਜਾਣ ਕੇ ਗਲੇ ਨਾਲ ਲਾ ਲੈਂਦਾ। ਤੇ ਉਹਨਾਂ ਭਗਤਾਂ ਦੀ ਬਾਣੀ, ਸੂਰਮਿਆਂ ਦੀ ਬਾਣੀ, ਜਿਨ੍ਹਾਂ ਨੂੰ ਕਦੇ ਉੱਠਣ ਨਹੀਂ ਦਿੱਤਾ, ਬਾਬਾ ਨਾਲ ਲੈ ਕੇ ਆਇਆ, ਪੋਥੀ ਦੇ ਵਿੱਚ ਦਰਜ ਕੀਤਾ, ਉਤਾਰੇ ਲਿਆਂਦੇ। ਤੇ ਇਸ ਤੋਂ ਬਾਅਦ ਦਾ ਜਿਹੜਾ ਇਤਿਹਾਸ ਹੈ, ਉਹੀ ਸਤਿਗੁਰੂ ਜੀ ਨੇ ਆਪਣੀ ਬਾਣੀ, ਇਸ ਗੱਲ ਨੂੰ ਧਿਆਨ ਦੇ ਨਾਲ ਸਮਝੋ, ਆਪਣੀ ਬਾਣੀ
ਤੇ ਭਗਤਾਂ ਦੀ ਬਾਣੀ। ਉਸ ਤੋਂ ਅੱਗੇ ਭਾਈ ਲਹਿਣਾ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੂਸਰੇ ਪਾਤਸ਼ਾਹ ਉਹਨਾਂ ਨੂੰ ਦਿੱਤੀ ਆਪਣੀ ਬਾਣੀ ਤੇ ਭਗਤਾਂ ਦੀ ਬਾਣੀ ਇਕੱਠੀ ਕਰਕੇ ਉਹਨਾਂ ਨੂੰ ਦੇ ਦਿੱਤੀ। ਤੇ ਇੱਦਾਂ ਹੀ ਲੜੀ ਚੱਲਦੀ ਆਈ। ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ, ਗੁਰੂ ਨਾਨਕ ਸਾਹਿਬ ਦੀ ਬਾਣੀ, ਗੁਰੂ ਅੰਗਦ ਸਾਹਿਬ ਜੀ ਦੇ ਸ਼ਲੋਕ ਤੇ ਬਾਕੀ ਭਗਤਾਂ ਦੀ ਬਾਣੀ ਜਿਹੜਾ ਬਾਬਾ ਨਾਨਕ ਲੈ ਕੇ ਆਇਆ ਸੀ ਅੱਗੇ ਗੁਰੂ ਅਮਰਦਾਸ ਸਾਹਿਬ ਨੂੰ ਦਿੱਤੀ ਤੀਸਰੇ ਪਾਤਸ਼ਾਹ ਨੂੰ। ਤੇ ਤੀਸਰੇ ਪਾਤਸ਼ਾਹ ਜੀ ਨੇ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਦੀ ਬਾਣੀ, ਪਹਿਲੇ ਦੋ ਗੁਰੂਆਂ ਦੀ ਬਾਣੀ ਤੇ ਉਹ ਭਗਤਾਂ ਦੀ ਬਾਣੀ ਸਾਰੀ ਇਕੱਠੀ ਕਰਕੇ ਚੌਥੇ ਪਾਤਸ਼ਾਹ ਨੂੰ ਦਿੱਤੀ ਹੈ, ਚੌਥੇ ਗੁਰੂ ਰਾਮਦਾਸ ਸਾਹਿਬ ਨੂੰ। ਇੱਦਾਂ ਹੀ ਬਾਣੀ ਚੱਲਦੀ ਆਈ ਹੈ। ਗੁਰੂ ਦਰ ਗੁਰੂ ਪਹਿਲਾਂ ਇਕੱਠੀ ਕੀਤੀ ਹੋਈ ਵੀ ਤੇ ਜਿਹੜੀ ਆਪਦੀ ਲਿਖਦੇ ਸਨ। ਤੇ ਅਖੀਰ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਤੋਂ ਬਾਅਦ ਪਹੁੰਚੀ ਆ ਗੁਰੂ ਅਰਜਨ ਸਾਹਿਬ ਕੋਲ। ਗੁਰੂ ਰਾਮਦਾਸ ਸਾਹਿਬ ਨੇ ਆਪਦੀ ਬਾਣੀ ਜਿਹੜੀ ਲਿਖੀ ਹੈ, ਪਹਿਲੇ ਚਾਰ ਗੁਰੂਆਂ ਦੀ, ਤਿੰਨ ਗੁਰੂਆਂ ਦੀ ਬਾਣੀ ਹੈ ਤੇ ਭਗਤਾਂ ਦੀ ਬਾਣੀ ਇਕੱਠੀ ਕਰਕੇ ਗੁਰੂ ਅਰਜਨ ਸਾਹਿਬ ਜੀ ਨੂੰ ਸੌਂਪ ਦਿੱਤੀ ਹੈ, ਗੁਰੂ ਅਰਜਨ ਸਾਹਿਬ ਜੀ ਨੂੰ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਸਭ ਤੋਂ ਮਹਾਨ ਕਾਰਜ ਜਿਹੜਾ ਹੈ ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ। ਸੰਪਾਦਨਾ ਦਾ ਮਤਲਬ ਹੁੰਦਾ ਹੈ ਵੀ ਅੱਜ ਦੇ ਟਾਈਮ ਦੇ ਵਿੱਚ ਵੀ ਤੁਸੀਂ ਸੌਖਿਆਂ ਸਮਝੋ ਕਿਵੇਂ ਆਪਾਂ ਕੋਈ ਕਿਤਾਬ ਛਪਦੀ ਹੈ ਉਹਨੂੰ ਪਬਲਿਸ਼ ਕੀਤਾ ਜਾਂਦਾ। ਕੋਈ ਇੱਕ ਬੰਦਾ ਇਹੋ ਜਿਹਾ ਹੁੰਦਾ ਜਿਹੜਾ ਡਾਇਰੈਕਟਰ ਕੋਲ ਮੰਨ ਲਓ ਵੀ ਛਪਾਈ ਵਾਲ ਕੋਲੇ ਜਾਂਦਾ ਹੈ, ਜਿਹੜੇ ਛਪਾਈ ਕਰਦੇ ਨੇ ਲਿਖਵਾਉਂਦਾ ਹੈ, ਫਿਰ ਉਹਨੂੰ ਟਾਈਪ ਕਰਵਾਉਂਦਾ ਹੈ, ਫਿਰ ਉਹ ਕੱਢਦਾ ਹੈ, ਪਬਲਿਸ਼ ਕੀਤੀ ਜਾਂਦੀ ਹੈ। ਕਿਹਦੇ ਦੁਆਰਾ ਕੀਤੀ ਗਈ? ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਮਹਾਨ ਕਾਰਜ ਕੀਤਾ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਲਿਖਵਾਇਆ। ਸਾਰੀ ਬਾਣੀ ਸਾਨੂੰ ਪਤਾ ਹੈ ਭਗਤਾਂ ਦੀ ਬਾਣੀ ਤੇ ਪਹਿਲੇ ਗੁਰੂਆਂ ਦੀ ਤੇ ਆਪਦੀ ਬਾਣੀ, ਪੰਜ ਗੁਰੂਆਂ ਦੀ ਬਾਣੀ ਤੇ ਜਿਹੜੇ ਨਾਲ ਉਹਨਾਂ ਦੇ ਭਗਤਾਂ ਦੀ ਬਾਣੀ ਪਹੁੰਚੀ ਹੈ ਉਹ ਵੀ ਲਿਖਾਉਣ ਦਾ ਕੰਮ ਸਤਿਗੁਰੂ ਜੀ ਨੇ ਆਰੰਭਿਆ। ਤੇ ਬੜਾ ਜੋ ਤੁਹਾਨੂੰ ਪਤਾ ਹੈ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਰਾਮਸਰ ਕੰਢੇ ਤੇ ਅੰਮ੍ਰਿਤਸਰ ਸਾਹਿਬ ਜੋ ਸਥਾਨ ਨਿਸ਼ਚਿਤ ਕੀਤਾ ਉੱਥੇ ਲਿਖਵਾਈ। ਜਿਹੜਾ ਉਹ ਅਗਲੇਰਾ ਇਤਿਹਾਸ ਹੈ ਆਪਾਂ ਆਉਂਦੇ ਸਮੇਂ ਦੇ ਵਿੱਚ ਸਮਝਣਾ ਹੈ, ਪਰ ਇੰਨੀ ਕੁ ਗੱਲ ਜ਼ਰੂਰ ਸਮਝਿਆ ਕਰੋ ਵੀ ਇਹ ਜਿਹੜੀ ਬਾਣੀ ਹੈ, ਜਿਹੜੀ ਵੀ ਬਾਣੀ ਹੈ ਅੱਜ ਸਾਡੇ ਕੋਲ ਹੈ, ਇਹ ਸਾਡੇ ਮਹਾਂਪੁਰਸ਼ਾਂ ਦੀ ਆਪਣੀ ਹੱਥ ਲਿਖਤ ਬਾਣੀ ਹੈ। ਉਹਨਾਂ ਦੇ ਆਪਣੇ ਬੋਲ ਨੇ, ਉਹਨਾਂ ਦੇ ਅੰਦਰ ਦੀਆਂ ਗੱਲਾਂ ਨੇ, ਅੰਦਰ ਦੇ ਜਜ਼ਬਾਤ ਨੇ ਉਹਨਾਂ ਦੇ ਜਿਹੜੇ ਲਿਖੇ ਹੋਏ ਨੇ ਇਹਦੇ 'ਚ। ਇਹ ਕਿਸੇ ਬਾਅਦ 'ਚ ਆਉਣ ਵਾਲਿਆਂ ਦੀ ਗੱਲ ਨਹੀਂ ਲਿਖੀ ਹੋਈ ਵੀ ਬਾਅਦ 'ਚ ਆ ਗਏ ਹੋਣਗੇ ਵੀ ਸਾਡਾ ਗੁਰੂ ਆਹ ਗੱਲ ਕਹਿੰਦਾ ਜੀ, ਸਾਡਾ ਗੁਰੂ ਆਹ ਕਹਿੰਦਾ। ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਦੁਨੀਆ ਦੇ ਵਿੱਚ ਇਹ ਵੱਡੀ ਮਹਾਨਤਾ ਹੈ ਵੀ ਇਹਨੂੰ ਲਿਖਣ ਵਾਲੇ ਨੇ ਨਾ ਜਿਹੜੇ ਉਹ ਸਾਡੇ ਖੁਦ ਗੁਰੂ ਸਾਹਿਬਾਨ ਨੇ। ਗੁਰੂਆਂ ਦੇ ਹੱਥ ਲਿਖਤ ਗੱਲਾਂ ਸਾਡੇ ਤੱਕ ਪਹੁੰਚੀਆਂ ਨੇ। ਤੇ ਜਦੋਂ ਵੀ ਬਾਣੀ ਪੜ੍ਹਨੀ ਹੁੰਦੀ ਹੈ ਇਹ ਸਮਝਿਆ ਕਰੋ ਵੀ ਬਾਬਾ ਨਾਨਕ ਇਹ ਬੋਲ ਰਿਹਾ ਹੈ, ਗੁਰੂ ਅੰਗਦ ਸਾਹਿਬ ਇਹ ਬੋਲ ਰਹੇ ਨੇ, ਭਗਤ ਕਬੀਰ ਸਾਹਿਬ ਇਹ ਬੋਲਦੇ ਨੇ, ਭਗਤ ਰਵਿਦਾਸ ਜੀ ਇਹ ਖੁਦ ਬੋਲਦੇ ਨੇ। ਇਹ ਅਹਿਸਾਸ ਕਰਕੇ ਬਾਣੀ ਪੜ੍ਹਿਆ ਕਰੋ। ਇਹ ਅਹਿਸਾਸ ਬਾਅਦ 'ਚ ਲਿਖਣ ਵਾਲਿਆਂ ਨੇ ਨਹੀਂ ਲਿਖੀਆਂ ਗੱਲਾਂ, ਉਹਨਾਂ ਦੀਆਂ ਖੁਦ ਦੀਆਂ ਹੱਥ ਲਿਖਤ ਨੇ ਜਿਹੜੀਆਂ ਬਾਬਾ ਪਤਾ ਨਹੀਂ ਕਿਹੜੇ ਟਾਈਮਾਂ ਦੀਆਂ ਦੱਬੀਆਂ ਹੋਈਆਂ ਕੱਢ ਕੇ ਲੈ ਕੇ ਆਇਆ ਵੀ ਆ ਵਿਚਾਰਾ ਦੁਨੀਆ ਦੇ ਭਲੇ ਦੇ ਲਈ ਨੇ। ਸਾਨੂੰ ਅੱਜ ਸਾਡੀ ਸੋਚ ਦਾ ਦਾਇਰਾ ਨਹੀਂ ਉੱਡਾ ਵੀ ਇਹਨਾਂ ਗੱਲਾਂ ਦੀ ਸਮਝ ਨਹੀਂ ਪੈਂਦੀ, ਪਰ ਜਦੋਂ ਅਰਥਾਂ ਸਮੇਤ ਪੜ੍ਹੋਗੇ ਤੇ ਬਾਣੀ ਪੜ੍ਹਦਿਆਂ ਪਤਾ ਲੱਗਦਾ ਵੀ ਕਿਹੋ ਜਿਹੇ ਹਾਲਾਤਾਂ ਤੋਂ ਗੁਜ਼ਰੇ ਹੋਣਗੇ, ਉਹ ਕਿਹੋ ਜਿਹੇ ਹਾਲਾਤ ਹੋਣਗੇ ਉਹਨਾਂ ਸਮਿਆਂ ਦੇ ਵਿੱਚ। ਤੇ ਅੱਜ ਹਾਲਾਤਾਂ ਤੇ ਬਾਣੀ ਕੀ ਬੋਲਦੀ ਹੈ ਇਹ ਸਮਝਣਾ ਚਾਹੀਦਾ ਹੈ ਸਾਨੂੰ। ਫਿਰ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਹੋਇਆ, ਪੜ੍ਹਿਆ ਹੋਇਆ, ਵਿਚਾਰਾ ਹੋਇਆ ਸਫਲ ਹੈ ਜੇ ਸਾਨੂੰ ਇਹ ਤੋਂ ਕੋਈ ਸੇਧ ਮਿਲੇ, ਸਾਨੂੰ ਇਹਦਾ ਕੁਛ ਪਤਾ ਲੱਗੇ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਤੱਕ ਭੱਟਾਂ ਦੀ ਬਾਣੀ ਵੀ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਗੁਰਸਿੱਖਾਂ ਦੀ ਬਾਣੀ ਹੈ, ਸੱਤਾ ਬਲਵੰਡ ਜੀ ਤੇ ਭਾਈ ਸੁੰਦਰ ਜੀ, ਉਹਨਾਂ ਦੀ ਬਾਣੀ ਹੈ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇਹ ਬਾਣੀ ਜਿਹੜੀ ਦਰਜ ਕੀਤੀ ਹੈ ਉਸ ਟਾਈਮ ਦੇ ਵਿੱਚ 34 ਨੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਉਸ ਟਾਈਮ ਨਹੀਂ ਹੈ।
34 महापुरुषों की बाणी जिहड़ी गुरु अर्जन साहब पातशाह जी एक पोथी दे विच जिहनूं ग्रंथ का आकार दे रहे हैं। पहला पोथियां दे रूप विच ने, फिर उन्हें एक तां इकट्ठा करके एक जिलत दे विच वो काम कर रहे हैं। तो वो जिहड़ा अगलेरा इतिहास है, बड़ियां अड़चनां उन्हां टाइमां ते भी आईयां, वो इतिहास नूं आपां उहदे समय विच समझना है। सतगुरु जी रहमत करन, पावन इतिहास नूं विचारदिआं बाणी समझदे अनेकां भुल्लां होणीआं सुभाविक ने। सतगुरु जी बख्शण योग ने, जितनी समत बख्शदे ने आपां साझ पाउने आ। सो यतन करिया करो भाई हाज़री भरन दी। गुरु ग्रंथ साहब जी दी जिहड़ा पिछोकड़ है, इतिहास है, वो आप समझ रहे हैं। जरूरी जानकारी है, बड़मुल्ली जानकारी है, जरूर साझ पाया करो। इतनी एक बेनतियां प्रवान कर लैनियां सारिਆਂ ਦਾ धन्यवाद। फतेह प्रवान करो। आखो जी वाहिगुरू जी का खालसा, वाहिगुरू जी की फतेह। धन वाहिगुरू।